ਵੈਲਕਮ 10th ਕਲਾਸ। ਅੱਜ ਅਸੀਂ ਆਪਣੇ ਦਸੰਬਰ ਪੇਪਰਾਂ ਦੀ ਤਿਆਰੀ ਲਈ ਮੈਂ ਤੁਹਾਡੇ ਵੀਡੀਓ ਬਣਾ ਕੇ ਦੇ ਰਹੀ ਹਾਂ, ਜਿਸ ਦੇ ਵਿੱਚ ਤੁਸੀਂ ਸਿਰਫ ਇਹਨੂੰ ਸੀਰੀਅਸਲੀ ਸੁਣਨਾ ਹੈ ਤੇ ਕੋਸ਼ਿਸ਼ ਕਰਨੀ ਇਸ ਤਰ੍ਹਾਂ ਦੇ ਸਵਾਲ ਨੂੰ ਹੱਲ ਕਰਨ ਦੀ। ਸਭ ਤੋਂ ਪਹਿਲਾਂ 15 ਲੈਸਨ ਹੈ ਜਿਹਦੀ ਆਪਾਂ ਗੱਲ ਕਰਨ ਜਾ ਰਹੇ ਹਾਂ ਹੁਣ। 15 ਲੈਸਨ ਦੇ ਵਿੱਚ ਸੰਭਵ ਘਟਨਾ ਦੀ ਸੰਭਾਵਨਾ 0, ਜਿਹੜੀ ਇੱਕ ਚੀਜ਼ ਪੋਸੀਬਲ ਹੀ ਨਹੀਂ। ਜਿਵੇਂ ਮੰਨ ਲਓ ਸੂਰਜ ਕਹਿੰਦੇ ਆਪਾਂ ਦੱਖਣ 'ਚੋਂ ਨਿਕਲੇਗਾ, ਇਹ ਪੋਸੀਬਲ ਨਹੀਂ ਹੈ। ਸੰਭਵ ਘਟਨਾ ਦੀ ਸੰਭਾਵਨਾ 0। ਇੱਕ ਥੈਲੇ ਵਿੱਚ ਲਾਲ ਗੇਂਦਾਂ ਨੇ, ਹਰੀਆਂ ਗੇਂਦਾਂ ਨੇ, ਅਤੇ ਉਹ ਸਵਾਲ ਦੇ ਵਿੱਚ ਪੁੱਛੇ ਕਿ ਚਿੱਟੀ ਗੇਂਦ ਆਉਣ ਦੀ ਸੰਭਾਵਨਾ ਦੱਸੋ, ਤਾਂ ਤੁਸੀਂ ਲਿਖ ਦੇਣਾ 0, ਕਿਉਂਕਿ ਥੈਲੇ ਦੇ ਵਿੱਚ ਚਿੱਟੀ ਗੇਂਦ ਹੈ ਹੀ ਨਹੀਂ। ਇਸੇ ਤਰ੍ਹਾਂ ਨਿਸ਼ਚਿਤ ਘਟਨਾ ਦੀ ਸੰਭਾਵਨਾ 1। ਜਿਹੜੀ ਚੀਜ਼ ਸ਼ੋਰ ਹੈ ਤਾਂ ਉਹਦੀ ਸੰਭਾਵਨਾ ਕਿੰਨੀ ਹੁੰਦੀ ਹੈ? 1। ਘਟਨਾ ਡੈਸ਼ ਤੋਂ ਡੈਸ਼ ਵਿਚਕਾਰ ਹੁੰਦੀ ਹੈ। ਪ੍ਰੋਬੇਬਿਲਿਟੀ ਦੀ ਵੈਲਿਊ ਬੇਟਾ 0 ਤੋਂ 1 ਵਿਚਕਾਰ ਹੁੰਦੀ ਹੈ। 0 ਤੋਂ ਵੱਡੀ 0 ਜਾਂ 0 ਤੋਂ ਵੱਡੀ 1 ਜਾਂ 1 ਤੋਂ ਛੋਟੀ। ਲਾਈਜ਼ ਬਿਟਵੀਨ 0 to 1। ਜੇਕਰ PE 0.05 ਹੈ ਤਾਂ PE ਨੋਟ ਕਿਸੇ ਘਟਨਾ ਦੇ ਹੋਣ ਦੀ ਸੰਭਾਵਨਾ ਅਤੇ ਕਿਸੇ ਘਟਨਾ ਦੇ ਨਾ ਹੋਣ ਦੀ। ਨੋਟ ਦਾ ਮਤਲਬ ਹੁੰਦਾ ਨਾ ਹੋਣ ਦੀ। ਅਤੇ ਇਹਦਾ ਉੱਤਰ ਆਪਾਂ ਕਿਵੇਂ ਕੱਢਦੇ ਹੁੰਦੇ ਹਾਂ ਬੇਟਾ? ਜਦੋਂ ਵੀ ਪੁਆਇੰਟ 'ਚ ਸੰਭਾਵਨਾ ਹੋਵੇ ਤਾਂ ਅਸੀਂ ਇਹਨੂੰ 1 ਚੋਂ ਮਾਈਨਸ ਕਰ ਦੇਣਾ। ਲੇਕਿਨ ਇੱਕ ਨੂੰ ਪੁਆਇੰਟਾਂ ਵਿੱਚ ਲਿਖਣਾ ਪਏਗਾ। 1 ਨੂੰ ਅਸੀਂ ਲਿਖਦੇ ਹਾਂ 1 ਪੁਆਇੰਟ, ਜੇ ਇਹਦੇ ਕੋਲ 2 ਅਕਸ਼ਰ ਹੈ ਤਾਂ ਪਿੱਛੇ 2 ਜ਼ੀਰੋਆਂ ਪਾ ਦੇਣੀਆਂ 0.05 ਮਾਈਨਸ ਕਰਕੇ, ਤਾਂ ਆਪਣੇ ਕੋਲ ਉੱਤਰ ਇਹਦਾ ਆ ਜਾਏਗਾ 0.95। ਅਤੇ PE ਨੋਟ ਦੀ ਵੈਲਿਊ ਕਿੰਨੀ ਆ ਗਈ? 0.95। ਸਿੱਕਾ ਉਛਾਲਣ 'ਤੇ ਚਿੱਤ ਆਉਣ ਦੀ ਸੰਭਾਵਨਾ। ਹੁਣ ਸਿੱਕੇ ਦੇ ਉੱਤੇ 2 ਹੀ ਚੀਜ਼ਾਂ ਹੁੰਦੀਆਂ ਨੇ, ਹੈੱਡ ਅਤੇ ਟੇਲ। ਤਾਂ ਹੈੱਡ ਆਉਣ ਦੀ ਸੰਭਾਵਨਾ ਕਿੰਨੀ ਹੋਏਗੀ? 2 ਚੀਜ਼ਾਂ ਨੇ, ਟੋਟਲ ਸੰਭਾਵਨਾਵਾਂ ਕਿੰਨੀਆਂ ਨੇ? 2। ਜਾਂ ਹੈੱਡ ਆਏਗਾ ਜਾਂ ਟੇਲ। ਪਰ ਉਹਨੇ ਪੁੱਛਿਆ ਹੈੱਡ ਆਉਣ ਦੀ। ਹੈੱਡ ਇੱਕ ਪਾਸੇ ਦੇ ਉੱਤਰ ਹੁੰਦਾ ਤਾਂ 1/2। ਕਿਹੜੀ ਘਟਨਾ ਸੰਭਵ ਨਹੀਂ ਹੈ? ਇਹ ਗੱਲ ਹਮੇਸ਼ਾ ਯਾਦ ਰੱਖਣੀ ਹੈ। ਇਹ ਵੀ ਸੰਭਵ ਹੈ। ਉੱਪਰ ਵਾਲੀ ਰਕਮ ਹਮੇਸ਼ਾ ਸੰਭਾਵਨਾ ਦੀ ਛੋਟੀ ਹੋਏਗੀ, ਨੀਚੇ ਵਾਲਾ ਅਕਸ਼ਰ ਹਮੇਸ਼ਾ ਵੱਡਾ ਹੋਏਗਾ। ਦੂਸਰੀ ਗੱਲ, ਮਾਈਨਸ ਸੰਭਵ ਨਹੀਂ ਕਦੇ ਹੁੰਦੀ। ਅਤੇ 1 ਪੁਆਇੰਟ ਪਲੱਸ ਦੇ ਵਿੱਚ ਵੀ ਜੇ 1.5 ਲਿਖਿਆ ਆ ਜਾਵੇ ਤਾਂ ਵੀ ਸੰਭਵ ਨਹੀਂ ਹੈ। 1.0 ਤੱਕ ਮੈਕਸੀਮਮ ਹੁੰਦੀ ਹੈ ਵੈਲਿਊ। ਤਾਂ ਇਹ ਵੈਸੇ ਵੀ ਪੋਸੀਬਲ ਨਹੀਂ। ਇੱਕ ਤਾਂ ਮਾਈਨਸ ਹੈ, ਕਿ 1.0 ਤੋਂ ਵੱਧ ਹੈ। 15% ਵੀ ਸਹੀ ਹੈ। 100% ਤੋਂ ਵੱਧ ਨਹੀਂ ਹੋ ਸਕਦੀ। 100% ਤੋਂ ਵੱਧ ਇਹਦਾ ਉੱਤਰ ਨਹੀਂ ਆ ਸਕਦਾ। 0.7 ਵੀ ਠੀਕ ਹੈ, ਇਹ ਵੀ ਸਹੀ ਹੈ। 0 ਪੁਆਇੰਟ ਕੁਛ ਹੋ ਸਕਦੀ ਹੈ ਜਾਂ 1.0, ਬਸ ਮੈਕਸੀਮਮ 1.0। ਸੰਗੀਤਾ ਦੇ ਮੈਚ ਜਿੱਤਣ ਦੀ ਸੰਭਾਵਨਾ 0.62 ਹੈ। ਤਾਂ ਰੇਸ਼ਮਾ ਦੇ ਮੈਚ ਜਿੱਤਣ ਦੀ ਸੰਭਾਵਨਾ, ਜਦੋਂ ਇੱਕ ਬੰਦਾ ਜਿੱਤਦਾ ਹੈ ਤਾਂ ਦੂਸਰੇ ਦੀ ਕੱਢਣੀ ਹੈ, ਤਾਂ ਅਸੀਂ ਇਹਨੂੰ ਫੇਰ ਆਪਾਂ ਕਿਵੇਂ ਉੱਤਰ ਕੱਢਾਂਗੇ? 1 ਮਾਈਨਸ 0.62। 1 ਮਾਈਨਸ 0.62 ਕਿਵੇਂ ਕਰਾਂਗੇ? 1.00 ਚੋਂ 0.62 ਮਾਈਨਸ ਕਰਕੇ ਤੁਸੀਂ ਉੱਤਰ ਕੱਢ ਲੈਣਾ, 0.38 ਆ ਜਾਏਗਾ। ਤਾਂ ਰੇਸ਼ਮਾ ਦੇ ਮੈਚ ਜਿੱਤਣ ਦੀ ਸੰਭਾਵਨਾ ਕਿੰਨੀ ਆ ਗਈ? 0.38। ਉਸ ਤੋਂ ਬਾਅਦ ਤੁਸੀਂ ਦੇਖੋ ਸੰਭਾਵਨਾ, ਜਿਵੇਂ ਇੱਦਾਂ ਦੇ ਕਾਰਡਸ ਬਣੇ ਹੋਏ ਆ, ਇਹ ਜਿਹਦੇ ਉੱਤੇ A, ਕਿਸੇ ਦੇ ਉੱਤੇ B ਲਿਖਿਆ ਹੋਇਆ, ਕਿਸੇ ਦੇ ਉੱਤੇ C, ਕਿਸੇ ਦੇ ਉੱਤੇ D, ਫਿਰ E, ਫਿਰ A। ਤਾਂ ਸੰਭਾਵਨਾ ਪਤਾ ਕਰੋ। ਪ੍ਰੋਬੇਬਿਲਿਟੀ ਆਫ ਫਾਈਂਡਿੰਗ A ਆਉਣ ਦੀ ਸੰਭਾਵਨਾ ਕਿੰਨੀ ਹੋਈ? A ਕਿੰਨੀ ਵਾਰ? ਟੋਟਲ ਕਾਰਡ ਪਹਿਲਾਂ ਦੇਖੋ ਕਿੰਨੇ, 1 2 3 4 5 6। ਸਭ ਤੋਂ ਪਹਿਲਾਂ ਜਦੋਂ ਤੁਸੀਂ ਸੰਭਾਵਨਾ ਲਿਖਣੀ ਹੈ ਤਾਂ ਪਹਿਲੇ ਕੁੱਲ ਚੀਜ਼ਾਂ ਲਿਖਣੀਆਂ ਨੇ। ਕੁੱਲ ਕਿੰਨੇ ਕਾਰਡਸ ਨੇ? 6। A ਕਿੰਨੀ ਵਾਰ ਹੈ? 2 ਵਾਰੀ, ਤਾਂ 2/6। ਹੋ ਸਕਦਾ ਤੁਹਾਨੂੰ ਆਪਸ਼ਨਸ ਦੇ ਵਿੱਚ ਉੱਤਰ ਆ ਜਾਵੇ 2 1 3 ਦੂਣੀ 6। ਇਹ ਮੈਂ ਤੁਹਾਨੂੰ ਛੋਟੇ ਛੋਟੇ ਪ੍ਰਸ਼ਨ ਇਸ ਲਈ ਕਰਾ ਰਹੀ ਕਿਉਂਕਿ ਤੁਹਾਡੇ 32 ਨੰਬਰ ਦੇ ਛੋਟੇ ਕੁਐਸਚਨ ਹੀ ਹੈ ਸਾਰੇ ਮੈਥਸ ਦੇ ਵਿੱਚ। ਹੁਣ ਪੈਟਰਨ ਚੇਂਜ ਹੋਇਆ ਅਤੇ ਤੁਹਾਡੇ ਕਰੋਨਾ ਵਾਇਰਸ ਕਰਕੇ ਤਾਂ ਤੁਹਾਨੂੰ 32 ਨੰਬਰ ਦੇ ਛੋਟੇ ਕੁਐਸਚਨ ਹੀ ਆਉਣੇ। 1/3। D ਆਉਣ ਦੀ ਸੰਭਾਵਨਾ ਕਿੰਨੀ ਹੋਏਗੀ? ਦੇਖੋ D ਕਿੰਨੀ ਵਾਰ ਹੈ ਇਹਦੇ ਵਿੱਚ? 1 ਵਾਰ। ਟੋਟਲ ਕਿੰਨੇ ਹੈ ਕਾਰਡ? 6। ਇਜ਼ ਇਟ ਓਕੇ? ਇੱਦਾਂ ਹੀ E ਆਉਣ ਦੀ ਵੀ 1/6 ਹੋਏਗੀ। C ਵੀ 1 ਵਾਰ ਹੈ, 1/6। B ਦੀ ਵੀ 1/6 ਹੋਏਗੀ। ਨੈਕਸਟ ਹੈ, ਇੱਦਾਂ ਦਾ ਇੱਕ ਡਾਇਗਰਾਮ ਬਣਿਆ ਹੋਇਆ ਹੈ ਜਿਹਦੇ ਵਿੱਚ ਇੱਕ ਤੀਰ ਹੈ। ਤੀਰ ਦੇ ਜਿਹੜਾ ਪੁਆਇੰਟ ਕਰਦਾ, ਘੁਮਾਉਂਦੇ ਆ ਉਹਨੂੰ, 1 2 3 4 5 6 7 8 ਤੱਕ ਨੰਬਰ ਲਿਖੇ ਹੋਏ ਆ। ਸੰਭਾਵਨਾ ਪਤਾ ਕਰੋ ਕਿ ਤੀਰ 8 ਨੂੰ ਸੰਕੇਤ ਕਰੇ। ਪ੍ਰੋਬੇਬਿਲਿਟੀ ਦੈਟ ਐਰੋ ਪੁਆਇੰਟਸ ਟੂਵਰਡਸ 8। 8 ਕਿੰਨੀ ਵਾਰ ਹੈ? ਟੋਟਲ ਅਕਸ਼ਰ ਕਿੰਨੇ? 8। ਅਤੇ ਕਹਿੰਦਾ 8 'ਤੇ ਸੰਕੇਤ ਕਰੇ। 8 ਕਿੰਨੀ ਵਾਰ ਹੈ ਇਸ ਸਰਕਲ ਦੇ ਵਿੱਚ? 1 ਵਾਰ ਹੈ, ਅਤੇ 1/8। ਜੇ ਉਹ ਕਹੇ ਕਿ ਤੀਰ 9 'ਤੇ ਆਵੇ, 9 ਦੇ ਵਿੱਚ ਹੈ ਹੀ ਨਹੀਂ, ਤਾਂ ਉਹਦੀ ਸੰਭਾਵਨਾ ਤੁਸੀਂ ਕੀ ਲਿਖੋਗੇ? 0। ਜੇ ਉਹਨੇ ਕਿਹਾ ਵੀ 9 'ਤੇ ਸੰਕੇਤ ਕਰੇ, 9 ਤਾਂ ਨੰਬਰ ਇਹਦੇ ਵਿੱਚ ਹੈ ਹੀ ਨਹੀਂ, ਤਾਂ ਸੰਭਵ ਘਟਨਾ, ਉਹਦੀ ਸੰਭਾਵਨਾ ਕਿੰਨੀ ਲਿਖੋਗੇ? ਜੇ 9 ਦਾ ਪੁੱਛਿਆ ਤਾਂ 0 ਲਿਖਣੀ ਹੈ। ਸੰਭਾਵਨਾ 2 ਤੋਂ ਵੱਡੇ ਅੰਕ 'ਤੇ ਸੰਕੇਤ ਕਰੇ। ਪ੍ਰੋਬੇਬਿਲਿਟੀ ਦੈਟ ਪੁਆਇੰਟਸ ਐਰੋ ਮੈਕਸੀਮਮ ਦੈਨ 2, ਮੋਰ ਦੈਨ ਨੰਬਰ ਦੈਨ 2।
मोर दैन नंबर 2 किन्ने ने 1 3 4 5 6 7 8 ये वाले नंबर जिहड़े ने 2 तो वड्डे ने किन्ने ने ये 1 2 3 4 5 6 तो 6 बटा टोटल किन्ने नंबर है 8। इनू कट्टना भी आना चाहिए 6 नूं तुसीं 2 तिया 6 लिख सकते हो तो 2 चौका 8 2 नाल 2 कट्टिया गया 3 बटा 4। इज इट ओके। संभावना सूत्र थानू पता होना चाहिए अनुकूल परिणाम बटा कुल परिणाम। ये सूत्र भी पूछा जा सकता है अनुकूल परिणाम परिणामां की गिनती बटा कुल परिणामां की कुल परिणामां की गिनती। इज इट ओके। उस तो बाद नंबर ऑफ इंग्लिश मीडियम वाले लिखेंगे नंबर ऑफ फेवरेबल आउटकम्स नंबर ऑफ फेवरेबल फेवर FAVOUR फेवरेबल आउटकम्स ओवर टोटल आउटकम्स डिवाइड कर देना है टोटल आउटकम्स। एक गल याद रखनी किसी घटना के होने की प्लस ना होने की संभावनावां का जोड़ एक हुंदा है हमेशा। किसी घटना के होने की ते ना होने की संभावनावां का जोड़ एक हुंदा है। हुण नैक्सट है 14 लैसन वर्ग चिन्ह दसना। वर्ग चिन्ह की होगा थानू कोई वर्ग अंतराल दिता होगा वह वर्ग चिन्ह पूछा होगा भी किवें कट सकते हो जिवें 10 तो 25 का वर्ग चिन्ह कितना होगा। जिहड़े वर्ग अंतराल का पूछा है वो दोनों सीमावां नू जोड़ के बटा 2 कर देना 35 बटा 2। तो इनू पॉइंटा च भी बदल सकते हो जे पॉइंटा च MCQs दे विच होया तो पॉइंटा च आंसर लभ लेना। देखो 2 एकम 2 15 2 7 14 एक आंसर फिर पॉइंट लगा के 0 लगा दें 2 5 10 17.5 आ जाएगा 35 का हाफ। 10 तो 25 की उपरली सीमा किहड़ी है उपरली सीमा जिहड़ा राइट साइड वाला अक्षर है 25। हेठली सीमा किहड़ी होई 10 ये डैश किहड़ी है लोअर लिमिट इनू LL लोअर लिमिट इनू अपर लिमिट उपरली सीमा कहते हैं। उस तो बाद इन्हां दी मध्यिका ते बहुलक पता करो। बहुलक किहड़ा हुंदा जिहड़ा अंक सब तो ज़्यादा वार आंदा है सॉरी ये विच एक अंक मिसिंग है किहड़ा अंक सब तो ज़्यादा बार आ रहा है 9 ही 2 बार आ रहा है तो बहुलक कितना हो गया मोड 2 9 जिहड़ा अंक सब तो ज़्यादा बार आंदा वो मोड हो गया। तो मध्यिका लई की करना तुसीं सब तो पहला छोटे तो वड्डे विच अंक लगा लेने हैं। मध्यिका किवें पता करी दी है सब तो पहला छोटे तो वड्डे च अंक लगाओ। सब तो छोटा हैगा 2 0 फिर हैगा 2 फिर 3 फिर 5 फिर 7 फिर 2 9 इदां 1 2 3 4 5 6 7 1 2 3 4 5 6 7 अंक हो गए ना पूरे। देखो मैं छोटे तो वड्डे क्रम च लगा लेने। मध्यिका लई सब तो पहला तुसीं मीडियन लई छोटे तो वड्डे क्रम दे विच लगा लेने हैं। तो इधरों इधरों एक अक्षर छड्डते जाना इधरों एक छड्डता इधरों एक छड्डता इधरों एक छड्डता तो विचकार कितना आ गया 5 तो मध्यिका कितनी आ गई 5। जे मान लो पिछे एक अखर होर हुंदा 10 तो विचकार 2 अखर बच जाने सी इन्हां दोनों जोड़ करके अद्धा कर देना सीगा फिर ठीक है जी। जे विचकार 2 अखर बच जान जे इधरों 3 4 छड्ड के तो इधरों 4 छड्ड के तो दोनों अखरां जोड़ करके बटा 2 करके कढ़ लो। तो पहले 5 प्राकृतिक संख्यावां दा मध्यमान मध्यिका बहुलक पता करो। पहले 5 संख्यावां किहड़ियां ने नैचुरल नंबर 1 2 3 4 5। मध्यमान की हुंदा x बार मध्यमान की हुंदा सारे अंकड़ियां जोड़ बटा अंकड़ियां की गिनती 5 9 10 11 12 13 14 1 15 15 बटा 5 उत्तर कितना आ गया 3 आ गया। ये मध्यमान है। मध्यिका लई ये छोटे तो वड्डे आपस ऐसे लगे हुए मध्यिका मीडियन तो मीडियन कितना हो गया इधरों एक छड्डिया 2 इधरों छड्डे 2 इधरों छड्डे विचकार किहड़ा रह गया 3। बहुलक ये विच सारी कोई भी ज़्यादा रिपीट नहीं हो रही तो ये कोई बहुलक अंकड़ा नहीं है। इज इट ओके। नैक्सट है बेटा चैप्टर 13 दे इहदे लई मैं तुहानूं क्विज़ भी भेज चुकी इन्हां दे फार्मूले याद होने चाहिए पर इन्हां विच कुछ घुमावदार प्रश्न एक नंबर लिए सिलेंडर ते आयतन ते शंकु दे आयतन का अनुपात की होवेगा। पहला किहदा नाम है सिलेंडर का। सिलेंडर का आयतन हुंदा है πr²h ते शंकु का हुंदा है 1/3 πr²h। क्योंकि सिलेंडर का आयतन हमेशा शंकु नालों ज़्यादा हुंदा है। तुसीं देख के ही समझ सकते हो कि सिलेंडर का आयतन हमेशा ज़्यादा हुंदा है तो सिलेंडर ते शंकु का आयतन का अनुपात जे पहला सिलेंडर है
ਤਾਂ 3:1 ਲਿਖਣਾ ਹੈ। ਜੇ ਪਹਿਲਾਂ ਸ਼ੰਕੂ ਆ ਗਿਆ ਫਿਰ ਬਾਅਦ 'ਚੋਂ ਸਿਲੰਡਰ ਆਉਂਦਾ ਤਾਂ 1:3 ਲਿਖਣਾ ਹੈ, ਕਿਉਂਕਿ ਇਹਦੇ ਵਿੱਚ ਸਿਲੰਡਰ ਦਾ ਨਾਮ ਪਹਿਲਾਂ ਹੈ, ਸ਼ੰਕੂ ਦਾ ਬਾਅਦ 'ਚੋਂ ਹੈ। ਤਾਂ 3:1। ਸਰਕਮਫਰੈਂਸ ਆਫ ਸਰਕਲ ਇਜ਼ ਇਕੁਅਲ ਟੂ ਦਾ ਏਰੀਆ ਆਫ ਸਰਕਲ। ਸਰਕਮਫਰੈਂਸ ਕੀ ਹੁੰਦਾ? 2πr। ਚੱਕਰ ਦਾ ਪਰਿਮਾਪ ਤੇ ਖੇਤਰਫਲ ਦੋਨੋਂ ਬਰਾਬਰ ਨੇ, ਤਾਂ ਕਹਿੰਦਾ ਅਰਧ ਵਿਆਸ ਕਿੰਨਾ ਹੋਵੇਗਾ? πr²। ਚੱਕਰ ਦਾ ਖੇਤਰਫਲ ਹੁੰਦਾ ਹੈ। ਇਹ ਹੁੰਦਾ ਚੱਕਰ ਦਾ ਘੇਰਾ, ਇਹ ਹੁੰਦਾ ਚੱਕਰ ਦਾ ਖੇਤਰਫਲ, ਤੇ ਦੋਨੋਂ ਬਰਾਬਰ ਹੋਣਗੇ ਤਾਂ ਅਰਧ ਵਿਆਸ ਕਿਹਦੇ ਬਰਾਬਰ ਆਊਗਾ? 2r ਹੈ, ਇੱਥੇ r² ਹੈ ਨਾ, 1r ਕੱਟਿਆ ਗਿਆ, 1r ਰਹਿ ਗਿਆ, ਤੇ ਕਿਹਦੇ ਬਰਾਬਰ ਹੋਏਗਾ? 2 ਦੇ। ਤਾਂ ਹਮੇਸ਼ਾ ਯਾਦ ਰੱਖਣਾ, ਜੇਕਰ ਚੱਕਰ ਦਾ ਪਰਿਮਾਪ ਤੇ ਖੇਤਰਫਲ ਬਰਾਬਰ ਹੈ ਤਾਂ ਅਰਧ ਵਿਆਸ ਕਿੰਨਾ ਹੋਏਗਾ? 2। ਅਰਧਗੋਲੇ ਤੇ ਗੋਲੇ ਦੇ ਆਇਤਨ ਦਾ ਅਨੁਪਾਤ। ਅਰਧਗੋਲੇ ਦਾ ਆਇਤਨ ਹੁੰਦਾ 2/3 πr³ ਤੇ ਗੋਲੇ ਦਾ ਆਇਤਨ ਹੁੰਦਾ 4/3 πr³। ਹੁਣ ਦੇਖੋ ਅਰਧਗੋਲਾ ਵੱਡਾ ਕਿ ਗੋਲਾ? ਨੈਚੁਰਲੀ ਗੋਲਾ ਵੱਡਾ ਹੈ। ਗੋਲਾ ਤੇ ਅਰਧਗੋਲਾ, ਅਰਧਗੋਲਾ ਮਤਲਬ ਅੱਧਾ ਗੋਲਾ, ਤਾਂ 1:2 ਹੋਵੇਗਾ। ਅਰਧਗੋਲੇ ਦਾ 1 ਤੇ ਗੋਲੇ ਕੋਲ 2 ਹਿੱਸੇ ਹੈ, ਤਾਂ 1:2। ਅਰਧਗੋਲੇ ਤੇ ਗੋਲੇ ਦੇ ਆਇਤਨ ਦਾ ਫਰਕ ਕੀ ਹੈ? 2/3 πr³ ਅਰਧਗੋਲੇ ਦਾ ਆਇਤਨ, 4/3 πr³ ਗੋਲੇ ਦਾ ਆਇਤਨ। ਤਾਂ ਉੱਪਰ ਰਹਿ ਗਿਆ 2, ਨੀਚੇ ਰਹਿ ਗਿਆ 4, ਤਾਂ ਕੱਟ ਕੇ 1/2 ਆ ਗਿਆ। ਸਫੀਅਰ ਟੂ ਹੈਮੀਸਫੀਅਰ, ਗੋਲਾ ਵੱਡਾ ਹੈ ਤੇ ਹੈਮੀਸਫੀਅਰ ਅਰਧਗੋਲਾ ਛੋਟਾ ਹੈ, ਤੇ ਇਹਦਾ ਅਨੁਪਾਤ ਕਿੰਨਾ ਆਏਗਾ? 2:1। ਅਰਧਗੋਲਾ ਤੇ ਗੋਲਾ, ਹੁਣ ਇਹ 'ਚ ਪਹਿਲਾ ਲਫ਼ਜ਼ ਜਿਹੜਾ ਹੈ ਗੋਲਾ, ਗੋਲਾ ਵੱਡਾ ਹੈ ਤੇ ਗੋਲੇ ਕੋਲ 2 ਚੀਜ਼ਾਂ ਨੇ, ਤੇ ਅਨੁਪਾਤ 1 ਅਰਧਗੋਲੇ ਕੋਲ। ਗੋਲੇ ਦੀ ਸਤਹ ਦਾ ਖੇਤਰਫਲ ਤੇ ਆਇਤਨ ਦਾ ਅਨੁਪਾਤ। ਗੋਲੇ ਦੀ ਸਤਹ ਦਾ ਖੇਤਰਫਲ ਹੁੰਦਾ ਹੈ 4πr², ਤੇ ਗੋਲੇ ਦਾ ਆਇਤਨ ਹੁੰਦਾ ਹੈ 4/3 πr³। ਹੁਣ ਦੇਖੋ ਇਹ ਸਾਰੀ ਚੀਜ਼ਾਂ ਦਾ ਸੇਮ ਨੇ, ਉੱਪਰ ਆਹ ਵਾਲੀ ਕੱਟੀਆਂ ਗਈਆਂ। ਉੱਪਰ ਕੀ ਇਹ 3 ਜਿਹੜਾ ਉੱਪਰ r² ਕੋਲ ਆ ਜਾਊਗਾ ਤੇ /r³। ਹੁਣ ਉੱਪਰ 2r ਨੇ, ਇਹ 2r ਤੇ ਇਹਦੇ 3r ਨੇ, 1r ਨੀਚੇ ਬਚੂਗਾ, 3:r। ਤਾਂ ਗੋਲੇ ਦੀ ਸਤਹ ਦਾ ਖੇਤਰਫਲ ਤੇ ਆਇਤਨ ਦਾ ਅਨੁਪਾਤ ਕਿੰਨਾ ਹੋ ਗਿਆ? 3:r। ਦੇਖੋ ਉੱਪਰ 2 ਸੀਗੇ, ਨੀਚੇ 3 ਸੀਗੇ, ਤਾਂ ਨੀਚੇ 1 ਬਚੂਗਾ, ਤਾਂ 3/r ਮਤਲਬ 3:r। ਇਸ ਤਰ੍ਹਾਂ ਹੀ ਘਨਾਭ ਦੀ 4 ਕੰਧਾਂ ਦਾ ਖੇਤਰਫਲ ਜਾਂ ਪਾਸਵੀਂ ਸਤਹ ਦਾ ਖੇਤਰਫਲ ਕਹਿ ਦਿੰਦੇ ਆ, ਠੀਕ ਹੈ, ਲੇਟਰਲ ਸਰਫੇਸ ਏਰੀਆ ਕਹਿ ਦਿੰਦੇ ਆ। ਘਨਾਭ ਦੀ ਪਾਸਵੀਂ ਸਤਹ ਦਾ ਖੇਤਰਫਲ ਹਮੇਸ਼ਾ ਯਾਦ ਰੱਖਣਾ, 4 ਕੰਧਾਂ ਦਾ ਖੇਤਰਫਲ 2h ਬ੍ਰੈਕਟ ਦੇ ਵਿੱਚ ਜੋੜਨਾ ਹੈ ਲੰਬਾਈ ਜਮਾ ਚੌੜਾਈ। ਤੇ ਲੇਕਿਨ ਜੇ ਘਣ ਦੀਆਂ 4 ਕੰਧਾਂ ਨੇ, ਕਿਊਬ ਕੀ ਹੁੰਦਾ? 4 ਵਰਗਾਂ ਨਾਲ ਬਣਨ ਵਾਲਾ, ਤੇ ਘਨਾਭ ਕੀ ਹੁੰਦਾ ਹੈ? 4 ਵਰਗਾਂ ਨਾਲ ਬਣਨ ਵਾਲਾ। ਘਨਾਭ ਕੀ ਹੁੰਦਾ ਹੈ? 6 ਆਇਤਾਂ ਨਾਲ ਬਣਨ ਵਾਲਾ, ਇਹਨੂੰ ਘਨਾਭ ਕਹਿੰਦੇ। ਇਹਦੀ ਲੰਬਾਈ ਚੌੜਾਈ ਚਾਹੀ ਤਿੰਨੇ ਫਰਕ ਹੁੰਦੀਆਂ ਨੇ, ਇਹਦਾ ਸਾਰਾ ਕੁਝ ਬਰਾਬਰ ਹੁੰਦਾ ਹੈ। ਤੇ ਜੇ 4 ਕੰਧਾਂ ਦਾ ਪੁੱਛਿਆ ਤੇ 4 ਗੁਣਾ ਭੁਜਾ ਗੁਣਾ ਭੁਜਾ, 4 ਗੁਣਾ ਭੁਜਾ ਸਕੁਅਰ, 4 ਗੁਣਾ a²। ਇਹਨੂੰ ਮੈਂ ਭੁਜਾ ਲਿਖ ਸਕਦੀ ਪੰਜਾਬੀ ਮੀਡੀਅਮ, ਭੁਜਾ ਗੁਣਾ ਭੁਜਾ, ਭੁਜਾ ਦਾ ਵਰਗ। ਤਾਂ 4 ਕੰਧਾਂ ਦਾ 4 ਗੁਣਾ ਭੁਜਾ ਸਕੁਅਰ, 5 ਚੀਜ਼ਾਂ ਦਾ 5 ਗੁਣਾ ਭੁਜਾ ਸਕੁਅਰ। ਤੇ ਏਰੀਆ 4 ਵਾਲਸ ਆਫ ਕਿਊਬਾਇਡ ਕੀ ਹੁੰਦਾ? 2HL/B। ਇਹਦਾ ਆਇਤਨ ਹਮੇਸ਼ਾ ਯਾਦ ਰੱਖਣਾ LBH, ਇਹਦਾ ਆਇਤਨ ਹੁੰਦਾ LBH, ਖੇਤਰਫਲ ਨਹੀਂ ਹੁੰਦਾ। LBH ਲੰਬਾਈ ਚੌੜਾਈ ਗੁਣਾ ਉਚਾਈ। ਇਹ ਕੀ ਹੁੰਦਾ? ਇਹਦਾ ਘਨਾਭ ਦਾ ਆਇਤਨ। ਕਿਊਬਾਇਡ ਦਾ ਵੋਲਿਊਮ, ਇਹਦਾ ਆਇਤਨ ਹੁੰਦਾ ਹੈ ਭੁਜਾ ਗੁਣਾ ਭੁਜਾ ਗੁਣਾ ਭੁਜਾ, A³ ਹੁੰਦਾ ਇਹਦਾ ਆਇਤਨ। ਇਹਦਾ ਵੋਲਿਊਮ ਵੀ ਦੱਸਣਾ ਭੁੱਲ ਗਈ, ਇੱਥੇ ਲਿਖਣਾ ਭੁੱਲ ਗਈ। ਵੋਲਿਊਮ ਆਫ ਕਿਊਬ ਇਜ਼ A³, ਵੋਲਿਊਮ ਆਫ ਕਿਊਬਾਇਡ ਇਜ਼ L ਗੁਣਾ B ਗੁਣਾ H। ਠੀਕ ਹੈ ਜੀ। ਉਸ ਤੋਂ ਬਾਅਦ 12ਵਾਂ ਲੈਸਨ, ਇਹ ਹਲੇ ਤੁਹਾਨੂੰ ਨਹੀਂ ਆਉਣਾ ਪਰ ਫਿਰ ਵੀ ਤੁਹਾਨੂੰ ਕਰਾ ਰਹੀ ਹਾਂ। πr² ਥੀਟਾ ਡਿਗਰੀ ਵਾਲਾ ਬਟਾ ਅਰਧ 360 ਡਿਗਰੀ। ਏਰੀਆ ਆਫ ਸੈਕਟਰ ਵਿਦ ਐਂਗਲ P डिग्री एंड रेडियस R। πr² थीटा बटा 360 डिग्री। एरिया ऑफ सैगमेंट 2πr थीटा बटा 360। समकोणी त्रिकोण का खेत्रफल होंगे वर्गमूल 3/4 गुना भुजा भुजा का वर्ग साइड इंटू साइड। इंग्लिश मीडियम वाले लिए सॉरी समभुजी त्रिभुज का 3/4 गुना समभुजी। इक्विलेटरल मैं इक्विलेटरल का लिख गई हाँ। समभुजी समकोणी नहीं समभुजी। समभुजी त्रिभुज का खेत्रफल की होंगे वर्गमूल 3/4 गुना भुजा साइड स्क्वेयर।
ਇੱਥੇ ਆਪਾਂ ਲਿਖਾਂਗੇ ਇਕੁਇਲੇਟਰਲ ਦਾ ਨਹੀਂ, ਰਾਈਟ ਐਂਗਲ ਟਰਾਇੰਗਲ। ਸਮਕੋਣੀ ਤਿਕੋਣ ਦਾ ਖੇਤਰਫਲ ਹੁੰਦਾ ਅੱਧਾ ਗੁਣਾ ਆਧਾਰ ਗੁਣਾ ਲੰਬ, B ਗੁਣਾ H, ਬੇਸ ਇੰਟੂ ਹਾਈਟ, ਹਾਫ ਅੱਧਾ ਗੁਣਾ ਆਧਾਰ ਗੁਣਾ ਲੰਬ। ਇਹ ਜਨਰਲ ਫਾਰਮੂਲੇ ਨੇ, ਸਾਨੂੰ ਆਉਣੇ ਹੀ ਚਾਹੀਦੇ ਆ। ਚਾਪ ਦੀ ਲੰਬਾਈ, ਏਰੀਆ ਲੈਂਥ ਆਫ ਆਰਕ, ਸੌਰੀ ਇਹ ਵਾਲਾ ਤੁਸੀਂ ਪਾਈ ਏਰੀਆ ਆਫ ਸੈਗਮੈਂਟ ਜਿਹੜਾ ਪਾਈ ਆਰ ਸਕੇਅਰ ਥੀਟਾ ਮਾਈਨਸ 360 ਡਿਗਰੀ ਮਾਈਨਸ ਏਰੀਆ ਆਫ ਟਰਾਇੰਗਲ। ਏਰੀਆ ਆਫ ਸੈਗਮੈਂਟ ਕੀ ਹੁੰਦਾ ਹੈ? ਪਾਈ ਆਰ ਸਕੇਅਰ ਥੀਟਾ ਮਾਈਨਸ 360 ਮਾਈਨਸ ਏਰੀਆ ਆਫ ਟਰਾਇੰਗਲ। ਲੈਂਥ ਆਫ ਆਰਕ ਹੁੰਦੀ ਹੈ 2 ਪਾਈ ਆਰ ਥੀਟਾ ਬਟਾ 360 ਡਿਗਰੀ। ਘੜੀ ਦੀ ਸੂਈ 5 ਮਿੰਟਾਂ ਵਿੱਚ ਕਿੰਨਾ ਕੋਣ ਘੁੰਮਦੀ ਹੈ? ਜਦੋਂ ਵੀ ਆਪਾਂ ਪਤਾ ਕਰਨਾ ਘੜੀ ਸੂਈ 5 ਮਿੰਟਾਂ 'ਚ ਕਿੰਨਾ ਘੁੰਮ ਗਈ ਤਾਂ 6 ਡਿਗਰੀ ਨਾਲ ਗੁਣਾ ਕਰ ਦੇਣਾ, ਕਿਉਂਕਿ ਘੜੀ ਦੀ ਸੂਈ 1 ਮਿੰਟ ਵਿੱਚ 6 ਡਿਗਰੀ ਘੁੰਮਦੀ ਹੈ। ਇਹ ਯਾਦ ਰੱਖਣਾ, ਘੜੀ ਦੀ ਸੂਈ 1 ਮਿੰਟ ਵਿੱਚ 6 ਡਿਗਰੀ ਘੁੰਮਦੀ ਹੈ ਅਤੇ 5 ਮਿੰਟਾਂ ਵਿੱਚ 6 5 30 ਡਿਗਰੀ ਜਿਹੜੀ ਹੈ ਘੁੰਮ ਜਾਏਗੀ। ਇਹ ਯਾਦ ਰੱਖਣਾ। ਏਰੀਆ ਆਫ ਸੈਗਮੈਂਟ ਇਜ਼ ਪਾਈ ਆਰ ਸਕੇਅਰ ਥੀਟਾ ਬਟਾ 360, ਆਹ ਵਾਲਾ ਅਰਧ ਵਿਆਸੀ ਖੰਡ ਦਾ ਵਿੱਚੋਂ ਮਾਈਨਸ ਕਰਦੇ ਨੇ ਏਰੀਆ ਆਫ ਟਰਾਇੰਗਲ। ਨੈਕਸਟ ਹੈ ਸਾਰੇ ਚੱਕਰ ਦਾ, ਚੈਪਟਰ 3 ਦੇ ਸਾਰੇ ਚੱਕਰ ਕੀ ਹੁੰਦੇ ਨੇ? ਆਲ ਸਰਕਲਸ ਆਰ ਸਿਮਿਲਰ। ਸਾਰੇ ਚੱਕਰ ਸਮਰੂਪ ਹੁੰਦੇ ਹਨ। ਇਹ ਲਾਈਨ ਯਾਦ ਰੱਖੋ, ਸਾਰੇ ਚੱਕਰ ਸਮਰੂਪ ਹੁੰਦੇ ਹਨ। ਸਾਰੇ ਵਰਗ ਵੀ ਸਮਰੂਪ ਹੁੰਦੇ ਹਨ। ਸਾਰੇ ਵਰਗ ਤੇ ਸਾਰੇ ਚੱਕਰ ਜਿਹੜੇ ਨੇ ਸਮਰੂਪ ਹੁੰਦੇ ਹਨ। ਚੱਕਰ ਦੀ ਛੇਦਕ ਰੇਖਾ ਚੱਕਰ ਨੂੰ ਕਿੰਨੇ ਬਿੰਦੂਆਂ ਤੇ ਕੱਟਦੀ ਹੈ? 2। ਦਾ ਇੰਟਰਸੈਕਟਿੰਗ ਲਾਈਨ ਟੂ ਅ ਸਰਕਲ ਮੀਟਸ ਅ ਸਰਕਲ ਐਟ 2 ਪੁਆਇੰਟਸ। ਆਹ ਦੇਖੋ ਚੱਕਰ ਦੀ ਛੇਦਕ ਰੇਖਾ ਇਹਨੂੰ ਕਹਿੰਦੇ ਆ, ਜਿਹੜੀ ਚੱਕਰ ਨੂੰ ਵਿਚਕਾਰੋਂ ਕੱਟ ਜਾਂਦੀ। 2 ਬਿੰਦੂਆਂ ਤੇ ਕੱਟ ਗਈ ਚੱਕਰ ਨੂੰ, ਇੱਥੇ ਤੇ ਇੱਥੇ। ਟੇਂਜੈਂਟ ਟੂ ਅ ਸਰਕਲ ਕੱਟਸ ਅ ਸਰਕਲ ਐਟ 1 ਪੁਆਇੰਟ। ਚੱਕਰ ਦੀ ਸਪਰਸ਼ ਰੇਖਾ ਚੱਕਰ ਨੂੰ ਇੱਕ ਬਿੰਦੂ ਤੇ ਕੱਟਦੀ, ਸਿਰਫ ਛੂ ਕੇ ਨਿਕਲ ਜਾਂਦੀ, ਸਪਰਸ਼ ਕਹਿੰਦੇ ਇਹਨੂੰ। ਆਹ ਟੇਂਜੈਂਟ ਹੈ। ਐਲ ਇਜ਼ ਕਾਲਡ ਦਾ ਟੇਂਜੈਂਟ ਟੂ ਅ ਸਰਕਲ, ਚੱਕਰ ਦੀ ਸਪਰਸ਼ ਰੇਖਾ। ਹੁਣ ਇੱਕ ਗੱਲ ਦਾ ਯਾਦ ਰੱਖਣਾ, ਚੱਕਰ ਦਾ ਅਰਧ ਵਿਆਸ, ਆਹ ਕੀ ਹੈ? ਚੱਕਰ ਦੀ ਸਪਰਸ਼ ਰੇਖਾ, ਸਿਰਫ ਇੱਕ ਬਿੰਦੂ ਤੇ ਇਹਨੂੰ ਚੱਕਰ ਨੂੰ ਛੋਇਆ ਹੈ। ਤੇ ਹਮੇਸ਼ਾ ਯਾਦ ਰੱਖਣਾ, ਚੱਕਰ ਦੇ ਅਰਧ ਵਿਆਸ ਤੇ ਚੱਕਰ ਦੀ ਸਪਰਸ਼ ਰੇਖਾ ਵਿਚਕਾਰ ਸਮਕੋਣ ਬਣਦਾ ਹੈ 90 ਡਿਗਰੀ। ਚੱਕਰ ਦਾ ਅਰਧ ਵਿਆਸ ਤੇ ਚੱਕਰ ਦੀ ਸਪਰਸ਼ ਰੇਖਾ ਵਿਚਕਾਰ ਸਮਕੋਣ ਬਣਦਾ ਹੈ। ਤਾਂ ਕਿ ਦੱਸੋ ਕਿ ਐਲ ਸਮਾਂਤਰ ਐਮ ਹੋਏਗਾ ਕਿ ਨਹੀਂ? ਦੇਖੋ ਜਿਹੜੇ ਵਿਆਸ ਦੇ ਸਿਰਿਆਂ ਦੇ ਉੱਤੇ 2 ਸਪਰਸ਼ ਰੇਖਾਵਾਂ ਹੋਣ, ਵਿਆਸ ਹੈ ਦੇਖੋ ਕੇਂਦਰ 'ਚੋਂ ਲੰਘ ਰਹੀ ਹੈ ਨਾ, ਏ ਬੀ ਲਾਈਨ ਜਿਹੜੀ ਕੇਂਦਰ 'ਚੋਂ ਲੰਘ ਗਈ, ਤੇ ਕੇਂਦਰ ਦੇ ਲਾਈਨ ਲੱਗਣ ਨਾਲ ਕੀ ਹੋਇਆ? ਦੋਨੋਂ ਪਾਸੇ ਇਹ ਵਿਆਸ ਦੇ ਅੰਤ ਬਿੰਦੂ ਹੋ ਗਏ, ਕੇਂਦਰ 'ਚੋਂ ਲੰਘੀ ਹੋਈ ਹੈ, ਤਾਂ ਇਹ ਦੋਨੋਂ ਪਾਸੇ ਜਿਹੜੀ ਹੋਊਗੀ ਇਹ ਹਮੇਸ਼ਾ ਹੀ ਸਮਾਂਤਰ ਹੋਣਗੀਆਂ। ਯੈਸ, ਹਾਂ, ਇਹ ਸਮਾਂਤਰ ਹੋਣਗੀਆਂ। ਵਿਆਸ ਦੇ ਸਿਰਿਆਂ 'ਤੇ ਖਿੱਚੀਆਂ ਗਈਆਂ ਸਪਰਸ਼ ਰੇਖਾਵਾਂ ਸਮਾਂਤਰ ਹੁੰਦੀਆਂ ਹਨ। ਦ ਲਾਈਨਸ ਡਰਾਨ ਐਟ ਦੀ ਐਂਡ ਪੁਆਇੰਟਸ ਆਫ ਡਾਇਆਮੀਟਰ, ਦ ਲਾਈਨ ਡਰਾਨ ਐਟ ਦੀ ਐਂਡਸ ਆਫ ਦੀ ਡਾਇਆਮੀਟਰ ਇਜ਼ ਪੈਰਲਲ ਟੂ ਈਚ ਅਦਰ। ਬਾਹਰੀ ਬਿੰਦੂ ਤੋਂ ਚੱਕਰ ਦੀ ਸਪਰਸ਼ ਰੇਖਾਵਾਂ ਦੀ ਲੰਬਾਈ ਸਮਾਨ ਹੁੰਦੀ ਹੈ। ਇਹ ਥਿਊਰਮ ਹੈ। ਟੇਂਜੈਂਟਸ ਡਰਾਨ ਫਰੋਮ ਐਕਸਟਰਨਲ ਪੁਆਇੰਟ ਟੂ ਦਾ ਸਰਕਲ ਆਰ ਇਕੁਅਲ। ਕੀ ਮਤਲਬ ਕਿ ਬਾਹਰੀ ਬਿੰਦੂ ਤੋਂ, ਬਾਹਰ ਕੋਈ ਬਿੰਦੂ ਹੈ ਚੱਕਰ ਦੇ, ਇੱਥੋਂ ਦੋ ਸਪਰਸ਼ ਰੇਖਾਵਾਂ ਖਿੱਚੀਆਂ ਜਾ ਸਕਦੀਆਂ ਨੇ। ਮੈਕਸਿਮਮ ਕਿੰਨੀਆਂ ਖਿੱਚੀਆਂ ਜਾ ਸਕਦੀਆਂ? 2। ਬਾਹਰੀ ਬਿੰਦੂ ਤੋਂ ਇੱਕ ਤਾਂ 2 ਹੀ ਸਪਰਸ਼ ਰੇਖਾਵਾਂ ਖਿੱਚੀਆਂ ਜਾ ਸਕਦੀਆਂ ਤੇ ਦੋਨੋਂ ਹੀ ਲੰਬਾਈ ਜਿਹੜੀ ਹੈ ਬਰਾਬਰ ਹੋਏਗੀ। ਇਹ ਖਾਸ ਗੱਲਾਂ ਨੇ ਬਾਹਰੀ ਬਿੰਦੂ ਤੋਂ ਜਦੋਂ ਆਪਾਂ ਸਪਰਸ਼ ਰੇਖਾਵਾਂ ਖਿੱਚ ਸਕਦੇ ਹਾਂ। ਇੱਕ ਬਿੰਦੂ ਤੋਂ ਅਸੀਂ ਚੱਕਰ ਦੇ ਉੱਤੇ ਉੱਦਾਂ ਅਣਗਿਣਤ ਸਪਰਸ਼ ਰੇਖਾਵਾਂ ਖਿੱਚੀਆਂ ਜਾ ਸਕਦੀਆਂ ਨੇ। ਉਸ ਤਰ੍ਹਾਂ ਚੱਕਰ ਦੇ ਉੱਪਰ ਇਨਫਾਈਨਾਈਟ ਲਾਈਨਸ ਕੈਨ ਬੀ ਡਰਾਨ। ਦੇਖੋ ਜੇ ਚੱਕਰ ਦੇ ਇੱਦਾਂ ਦੀ ਡਾਇਗਰਾਮ ਆਉਂਦੀ ਹੈ, 2 ਸਪਰਸ਼ ਰੇਖਾਵਾਂ ਬਾਹਰੀ ਬਿੰਦੂ ਤੋਂ ਖਿੱਚੀਆਂ ਹੋਈਆਂ ਇਹ, ਠੀਕ ਹੈ, ਤੇ ਪੀ ਤੇ ਓ ਦਾ ਜੋੜ, ਓ ਐਂਗਲ ਤੇ ਪੀ ਐਂਗਲ ਦਾ ਜੋੜ, ਇਹ ਵਿਚਕਾਰ ਵਾਲਾ ਐਂਗਲ ਹੈ, ਇਹਨਾਂ ਜੋੜ ਕਿੰਨਾ ਹੁੰਦਾ? ਹਮੇਸ਼ਾ 180 ਡਿਗਰੀ। ਜੇ ਇਹ 120 ਹੈ ਤੇ 60 ਹੋਏਗਾ, ਜੇ 110 ਹੈ ਤੇ 70 ਹੋਏਗਾ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਇਹ ਯਾਦ ਰੱਖਣਾ ਕਿ ਇੱਕ ਸਪਰਸ਼ ਰੇਖਾ ਦਿੱਤੀ ਹੋਏਗੀ, ਇੱਕ ਕੇਂਦਰ ਤੋਂ ਲਾਈਨ ਬਾਹਰੀ ਬਿੰਦੂ ਨੂੰ ਜਾ ਰਹੀ ਹੋਏਗੀ, ਇੱਕ ਬਾਹਰੀ ਬਿੰਦੂ ਤੋਂ ਸਪਰਸ਼ ਰੇਖਾ ਖਿੱਚੀ ਹੋਏਗੀ। ਤਾਂ ਹਮੇਸ਼ਾ ਯਾਦ ਇੱਕ ਅਰਧ ਵਿਆਸ ਹੋਊਗਾ, ਇਹ ਅਰਧ ਵਿਆਸ ਹੈ ਆਹ ਵਾਲਾ, ਉਹ ਇਹ ਚੱਕਰ ਦੇ, ਅਤੇ ਇਹਦੇ 'ਤੇ ਸਪਰਸ਼ ਰੇਖਾ ਵਿਚਕਾਰ 90 ਡਿਗਰੀ ਦਾ ਕੋਣ ਹੁੰਦਾ। ਹਮੇਸ਼ਾ ਯਾਦ ਰੱਖਣਾ ਕਿ ਸਪਰਸ਼ ਰੇਖਾ ਅਤੇ ਅਰਧ ਵਿਆਸ ਵਿਚਕਾਰ 90 ਡਿਗਰੀ ਦਾ ਕੋਣ ਹੈ ਨਾ। ਅਤੇ ਅਸੀਂ ਤਿੰਨਾਂ 'ਚੋਂ ਕੋਈ ਵੀ ਪਤਾ ਕਰਨੀ ਹੈ, ਮੰਨ ਲਓ ਜਿਵੇਂ OP ਪਤਾ ਕਰਨੀ ਹੈ, OP ਕਿਹੜੀ ਹੈ? ਪੋਜੀਸ਼ਨ ਦੇਖੋ OP ਦੀ 90 ਡਿਗਰੀ ਦੇ ਸਾਹਮਣੇ ਵਾਲੀ, ਅਤੇ ਇਹਦਾ ਉੱਤਰ ਕਿਵੇਂ ਆਊਗਾ? ਇਹਦਾ ਸਕੁਏਅਰ ਕਰਕੇ ਅਤੇ ਜਮਾ ਇਹਦਾ ਸਕੁਏਅਰ ਕਰ ਦੇਣਾ, ਅਤੇ ਇਹਦਾ ਵਰਗਮੂਲ ਕੱਢ ਦੇਣਾ, ਤਾਂ ਕਿੰਨਾ ਆ ਜਾਏਗਾ? 16 + 9 25, 25 ਦਾ ਵਰਗਮੂਲ ਕਿੰਨਾ ਆ ਗਿਆ? 5। ਜੇ ਇਹਨਾਂ ਦੋਨਾਂ 'ਚ ਕੋਈ ਚੀਜ਼ ਪਤਾ ਕਰਨੀ ਹੈ, ਸਪਰਸ਼ ਰੇਖਾ ਜਾਂ ਅਰਧ ਵਿਆਸ, ਜਾਂ ਸਪਰਸ਼ ਰੇਖਾ ਦੀ ਲੰਬਾਈ ਜਾਂ ਅਰਧ ਵਿਆਸ ਅਸੀਂ ਪਤਾ ਕਰਨਾ ਹੈ, ਤਾਂ ਇਹਦਾ ਉੱਤਰ ਕਿਵੇਂ ਕੱਢਣਾ ਅਸੀਂ? ਜਿਵੇਂ ਇਹਦੇ ਵਿੱਚ ਮੈਂ ਅਰਧ ਵਿਆਸ ਪਤਾ ਕਰਨਾ OA,
ਤਾਂ ਇਹਦੇ ਵਿੱਚ ਅਸੀਂ ਕੀ ਕਰਨਾ ਹੈ, ਜਿਹੜੀ ਆਹ ਵਾਲੀ ਲਾਈਨ ਹੈ 90 ਡਿਗਰੀ ਦੇ ਸਾਹਮਣੇ ਵਾਲੀ, ਉਹਦਾ ਸਕੇਅਰ ਕਰਕੇ ਸੌਰੀ 10 10 100 ਹੋ ਗਿਆ, ਉਹ 'ਚੋਂ ਮਾਈਨਸ ਕਰ ਦੇਣਾ ਇਹਦਾ ਸਕੇਅਰ, 8 8 64 ਮਾਈਨਸ ਕਰ ਦੇਣਾ, ਕਿੰਨਾ ਆ ਗਿਆ 36। 36 ਦਾ ਮਤਲਬ ਵਰਗਮੂਲ 6 ਗੁਣਾ 6, ਇਹ ਕਿੰਨਾ ਆ ਗਿਆ 6। ਮਤਲਬ ਅਰਧ ਵਿਆਸ ਜਾਂ ਸਪਰਸ਼ ਰੇਖਾ ਦੀ ਲੰਬਾਈ ਕਿਵੇਂ ਪਤਾ ਕੀਤੀ ਜਾ ਸਕਦੀ ਹੈ, ਜਿਹੜੀ ਤੀਜੀ ਭੁਜਾ ਉਹਦਾ ਵਰਗ 'ਚੋਂ ਦੂਜੇ ਦਾ ਵਰਗ ਮਾਈਨਸ ਕਰਕੇ। ਇਜ਼ ਇਟ ਓਕੇ। ਤੇ ਨੈਕਸਟ ਜਿਹੜਾ ਹੈਗਾ 8ਵਾਂ ਲੈਸਨ ਹੈ, ਇਹਦੇ ਕੁਝ ਬੇਸਿਕ ਫਾਰਮੂਲੇ ਯਾਦ ਰੱਖ ਲਓ। ਸਾइन स्क्वायर थीटा जमा cos स्क्वायर थीटा 1, सीकेंट स्क्वायर थीटा इज इक्वल टू 1 प्लस tan स्क्वायर थीटा, क्योंकि थानू पता है साइन cos tan सीकेंट सीकेंट को सीकेंट कॉट हुंदा है, सीकेंट को सीकेंट कॉट, साइन cos tan सीकेंट को सीकेंट कॉट, ਇਹ ਇਹਨਾਂ ਦਾ ਆਪਸ ਵਿੱਚ ਰਿਲੇਸ਼ਨ ਹੈ। ਸਾइन स्क्वायर थीटा जमा cos स्क्वायर थीटा 1, सीकेंट स्क्वायर थीटा इज इक्वल टू 1 प्लस tan स्क्वायर थीटा। जे को सीकेंट आ गया तो इत्थे कोट स्क्वायर थीटा, को का आंसर को जो 1 जमा को, लेकिन स्केयर जरूर होना चाहिए। तो पर यह याद रखना साइन स्क्वायर थीटा जमा cos स्क्वायर थीटा की वैल्यू 1। एक याद रखना कि साइन ए की वैल्यू तो cos ए की वैल्यू हमेशा 1 तो छोटी होंगी है। उस तो बाद 9 सीकेंट स्क्वायर थीटा माइनस tan स्क्वायर थीटा का उत्तर होंगे 9 गुना सीकेंट स्क्वायर माइनस tan स्क्वायर, जे tan स्क्वायर इधर आ जाए तो उत्तर 1 तो 9 आ जाऊगा। तो को सीकेंट स्क्वायर माइनस कॉट स्क्वायर है तो बाहर 9 है दोनों को, तो यदा उत्तर भी 9 आएगा। जे कॉट माइनस को सीकेंट आ गया तो माइनस 9 लिख देना। को सीकेंट बड़ा वाला को सीकेंट चो कॉट, सीकेंट चो tan माइनस करांगे स्क्वायर दोनों का, तो उत्तर 9 आ जाएगा। एक याद रखना साइन 30 डिग्री तो cos 60 डिग्री की इक्को वैल्यू होंगी है, जी होंगी है वर्गमूल 1/2। tan 60 की वैल्यू हमेशा याद रखनी है 1 वर्गमूल 3, तो साइन 60 की उल्टा वर्गमूल 3/1। tan 90 हमेशा tan 45 डिग्री की वैल्यू 1 याद रखनी है। साइन 45 तो cos 45 दोनों की वैल्यू 45 डिग्री के साइन की वैल्यू तो cos की वैल्यू दोनों की सेम होंगी 1 वर्गमूल 2। 30 तो 60 साइन 30 cos 60 1/2, साइन 45 cos 45 1 वर्गमूल 2, tan 30 1 वर्गमूल 3, tan 60 उल्टा वर्गमूल 3/1, तो tan 45 1 होंदा। ये छोटे प्रश्न जिहड़े थानू पूछे जा सकते हैं। बाकी जिहड़े 7 लैसनां दे छोटे क्वेश्चन है बेटे वो नैक्सट वीडियो च जारी होणगे। आई होप थानू ये सवाल समझ आ गए होंगे। थैंक यू। इन्हों बड़े ध्यान नाल सीरियसली देखना, तो तुहाडे जिहड़े काफ़ी हद तक जिहड़े तुहाडे 32 नंबर ने उन्हां विच थानू बहुत सहायता मिलेगी। थैंक यू।